श्री वाहिगुरु साहिब जी। दंडोत बंदन अनेक बार सरब कला समरथ डोलन ते राखो प्रभु। नानक दे कर हथ डोलन ते राखो प्रभु। नानक दे कर हथ सतनाम श्री वाहिगुरु साहिब जी। श्री राग भगत कबीर जियो का अचर्ज एक सुनो रे पंडिया। अब किछ कहन न जाई। सुर नर गण गंधर्व जिन मोहे त्रिभुवन में खुली लाई। राजा राम अनहद किंगरी बाजै। जाकी दिष्ट नाद लिव लगे रहाऊ। पाटी गगन सिंगिया अर चुंगिया। कनक कलश एक पाया। तिस मह तार चुए अत निर्मल। रस मह रसन चुआया। एक जो बात अनूप बनी है। पवन प्याला साजया। तीन भवन में एको जोगी। कहो कवन है राजा। ऐसे ज्ञान प्रगट्या पुरुषोत्तम। कहो कबीर रंग राता। और दुनी सब भरम भुलानी। मन राम रसायन माता। ऐसे ज्ञान प्रगट्या पुरुषोत्तम। कहो कबीर रंग राता। और दुनी सब परम भुलानी। मन राम रसायन माता। ओ वाहिगुरु जी का खालसा, ओ वाहिगुरु जी की फतेह। तन तन साहिब श्री गुरु ग्रंथ साहब महाराज जी की पावन पाक हजूरी दे विच जुड़ बैठे सतसंगी जनों। सतगुरां दी अपार कृपा सदका इस स्थान ते अकाल पुरख वाहिगुरु जी की अपार कृपा है कि समा समा सिर आप संगतां दे उद्यम उपराले सदका गुरबाणी दी
ਕੋਈ ਨਾ ਕੋਈ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ। ਅਸਲ ਵਿੱਚ ਸਿੱਖ ਦਾ ਜੋ ਜੀਵਨ ਹੈ ਉਹ ਵਿਚਾਰ ਦੇ ਰਾਹੀਂ ਹੀ ਘੜਿਆ ਜਾਣਾ ਹੈ। ਇਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਵਿਚਾਰਾਂ ਹੋਈਆਂ ਤੇ ਹੁਣ ਭਗਤਾਂ ਦੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਸ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਬੜੀ ਕੀਮਤੀ ਬਾਣੀ ਕਹੀ ਜਾਂਦੀ ਹੈ ਭਗਤਾਂ ਦੀ ਬਾਣੀ, ਕਿਉਂਕਿ ਉਸਦੇ ਅਰਥ ਔਖੇ ਨੇ, ਕਹਿਣਾ ਕੁਝ ਚਾਹੁੰਦੇ ਨੇ ਤੇ ਸਾਨੂੰ ਸਮਝ ਵਿੱਚ ਕੁਝ ਹੋਰ ਆਉਂਦਾ ਹੈ। ਲੜੀਵਾਰ ਵਿਚਾਰ ਦੇ ਅਧੀਨ ਅੱਜ ਤੀਜਾ ਸ਼ਬਦ ਸ੍ਰੀ ਰਾਗ ਦਾ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜਿਸ ਦਾ ਮੂਲ ਪਾਠ ਹੁਣੇ ਹੀ ਆਪ ਜੀਆਂ ਨੇ ਸਰਵਣ ਕੀਤਾ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ, ਮਨੋਬਿਰਤੀਆਂ ਇਕਾਗਰ ਕਰੋ, ਸਾਹਿਬਾਂ ਨੂੰ ਝੁਕਾਓ ਸੀਸ, ਲਵਾਓ ਹਾਜ਼ਰੀਆਂ, ਫਤਿਹ ਦੀ ਸਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜਿਸ ਰਾਹੀਂ ਅੱਜ ਸਾਨੂੰ ਭਗਤ ਜੀ ਉਪਦੇਸ਼ ਕਰ ਰਹੇ ਨੇ। ਭਗਤ ਕਬੀਰ ਸਾਹਿਬ, ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾਕੀ ਦਿਸ਼ਟ ਨਾਦ ਲਿਵ ਲਾਗੈ ਰਹਾਉ। ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਆਖਣ ਲੱਗੇ ਭਗਤ ਕਬੀਰ ਸਾਹਿਬ, ਕਹਿੰਦੇ ਮੇਰੇ ਹਿਰਦੇ ਵਿੱਚ ਸਾਰੀ ਕਾਇਨਾਤ ਦਾ ਜੋ ਮਾਲਕ ਹੈ ਉਹ ਅਕਾਲ ਪੁਰਖ ਵਾਹਿਗੁਰੂ, ਜੋ ਸਾਰਿਆਂ ਦਾ ਰਾਜਾ ਹੈ। ਇੱਕੋ ਹੀ ਸਾਰੀ ਸੰਸਾਰ ਸ੍ਰਿਸ਼ਟੀ ਦਾ ਰਾਜਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ। ਹਰ ਸਮਾਨ ਨਹੀਂ ਕੋ ਰਾਜਾ, ਹਰੀ ਵਰਗਾ ਦਾ ਕੋਈ ਸੰਸਾਰ 'ਚ ਰਾਜਾ ਨਹੀਂ ਹੈ। ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਹੜੇ ਰਾਜੇ ਨੇ ਸਤਿਗੁਰੂ ਕਹਿੰਦੇ ਇਹ ਦਿਨ ਚਾਰਦੇ ਨੇ ਸੰਸਾਰ ਦੇ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹ ਸਦੀਵ ਕਾਲੀ ਰਾਜਾ ਹੈ। ਆਖਣ ਲੱਗੇ ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਕਹਿੰਦੇ ਨੇ ਬਿਨਾਂ ਯਤਨ ਤੋਂ ਮੇਰੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਜਿਹੜੀ ਹੈ ਕਿੰਗਰੀ ਉਹ ਵੱਜ ਰਹੀ ਹੈ। ਪਾਓ ਕਿ ਇੱਕ ਰਾਗ ਮੇਰੇ ਹਿਰਦੇ ਚੱਲ ਰਿਹਾ ਹੈ ਔਰ ਬਿਨਾਂ ਵਜਾਏ ਉਹ ਅਨਹਦ ਨਾਦ ਮੇਰੇ ਹਿਰਦੇ 'ਚ ਵੱਜ ਰਿਹਾ, ਬਿਨਾਂ ਵਜਾਏ। ਕਈ ਵਾਰੀ ਆਪਾਂ ਕਹਿੰਦੇ ਵੀ ਹਾਂ ਕਿ ਅਸੀਂ ਯਤਨ ਕਰਦੇ ਹਾਂ, ਨਾਮ ਜਪਦੇ ਹਾਂ, ਪਰ ਹਿਰਦੇ 'ਚ ਨਹੀਂ ਚੱਲਦਾ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਤਾਂ ਪਰਮਾਤਮਾ ਦੇ ਨਾਮ ਦਾ ਜੋ ਬਾਜਾ ਹੈ ਨਾ, ਬਿਨਾਂ ਵਜਾਏ ਆਪ ਹੀ ਵੱਜ ਰਿਹਾ, ਉਹ ਲਗਾਤਾਰ ਵੱਜ ਰਿਹਾ, ਰੈਗੂਲਰ ਵੱਜ ਰਿਹਾ। ਤੇ ਨਾਲ ਕਹਿਣਗੇ ਜਾਕੀ ਦਿਸ਼ਟ ਨਾਦ ਲਿਵ ਲਾਗੈ, ਜਿਸ ਦੀ ਕਿਰਪਾ ਦੀ ਨਜ਼ਰ ਨਾਲ, ਉਸ ਵਾਹਿਗੁਰੂ ਜੀ ਦੀ ਕਿਰਪਾ ਦੀ ਨਜ਼ਰ ਦੇ ਨਾਲ ਨਾਦ ਲਿਵ ਲਾਗੈ। ਨਾਦ ਕਹਿੰਦੇ ਨੇ ਸ਼ਬਦ ਦੀ ਲਿਵ, ਆਓ ਕਿ ਮੇਰੀ ਸ਼ਬਦ ਵੱਲ ਜਿਹੜੀ ਰੁਚੀ ਹੈ ਉਹ ਲੱਗ ਗਈ ਹੈ। ਇਹ ਸਭ ਤੋਂ ਔਖਾ ਕਿ ਸ਼ਬਦ ਦੇ ਵਿੱਚ ਮਨ ਜੁੜ ਜਾਣਾ। ਕਈ ਲੋਕ ਫੋਟੋਆਂ ਵੱਲ ਰੁਚੀ ਰੱਖਦੇ ਨੇ, ਕਈ ਬੰਦੇ ਖਾਣ ਪੀਣ ਵੱਲ ਰੁਚੀ ਰੱਖਦੇ ਨੇ, ਤੇ ਜੋ ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਜਿਹੜੀ ਰੁਚੀ ਹੈ ਨਾ ਉਹ ਸ਼ਬਦ ਵਿੱਚ ਲੱਗ ਗਈ ਹੈ। ਮੇਰਾ ਮਨ ਜਿਹੜਾ ਹੈ ਉਹ ਸ਼ਬਦ ਵਿੱਚ ਲੱਗ ਗਿਆ। ਇਹ ਬੜਾ ਔਖਾ। ਕੋਈ ਵਿਰਲੇ ਵਿਰਲੇ ਸੱਜਣ ਨੇ ਜਿਨ੍ਹਾਂ ਦਾ ਪਿਆਰ ਸ਼ਬਦ ਦੇ ਨਾਲ ਪੈਂਦਾ ਹੈ, ਔਰ ਉਸ ਦੇ ਕਰਕੇ ਤੁਸੀਂ ਇਹ ਗਿਣਤੀ ਦੇਖ ਸਕਦੇ ਹੋ। ਜੇ ਹੁਣੇ ਲੰਗਰ ਦਾ ਕਿਤੇ ਕਿਹਾ ਹੁੰਦਾ ਨਾ ਵੀ ਲੰਗਰ ਵੀ ਥੱਲੇ ਵਰਤਣਾ,
ਤੇ ਗੁਰਦੁਆਰਾ ਭਰਿਆ ਹੋਣਾ ਸੀ। ਕਿਉਂਕਿ ਰੁਚੀ ਕਿੱਥੇ ਹੈ? ਲੰਗਰ ਦੇ ਵਿੱਚ। ਰੁਚੀ ਕਿੱਥੇ ਹੈ? ਪਨੀਰ ਦੇ ਵਿੱਚ। ਰੁਚੀ ਕਿੱਥੇ ਹੈ? ਪਦਾਰਥਾਂ ਦੇ ਵਿੱਚ। ਨਹੀਂ ਹੈ ਰੁਚੀ ਸ਼ਬਦ ਵਿੱਚ। ਗੁਰਦੁਆਰੇ ਖਾਲੀ ਪਏ ਨੇ। ਜਿਸ ਦਿਨਾਂ ਪਰ ਲੰਗਰ ਹੁੰਦਾ ਉਸ ਦਿਨ ਗੁਰਦੁਆਰੇ 'ਚ ਥਾਂ ਨਹੀਂ ਹੁੰਦੀ ਪੈਰ ਰੱਖਣ। ਕਿਸੇ ਵੀ ਗੁਰਦੁਆਰੇ ਜਾ ਕੇ ਵੇਖ ਲਓ, ਜਿੱਥੇ ਇਹ ਸੰਗਤ ਕਰਨੀ। ਸਾਡੇ ਇੱਥੇ ਸੰਗਤ ਕੋਈ ਨਹੀਂ, ਸੱਚ ਜਾਣਨਾ ਉੱਥੇ ਵੀ ਸੰਗਤ ਭਰਪੂਰ, ਪਰ ਲੰਗਰ ਹੋਣਾ ਚਾਹੀਦਾ। ਪਰ ਕਬੀਰ ਸਾਹਿਬ ਕਹਿੰਦੇ ਮੇਰੀ ਤਾਂ ਜਿਹੜੀ ਲਿਵ ਹੈ ਨਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਨਾ ਸ਼ਬਦ ਦੇ ਨਾਲ ਲੱਗ ਗਈ ਹੈ। ਪਾਓ ਕਿ ਸ਼ਬਦ ਵੱਲ ਮੇਰੀ ਰੁਚੀ ਵੱਧ ਗਈ ਹੈ। ਅਸੀਂ ਕਹਿੰਦੇ ਨੇ ਬੱਚੇ ਦੀ ਰੁਚੀ ਨਹੀਂ ਹੈ, ਉਹ ਸਿੱਖੀ ਵਾਲੇ ਪਾਸੇ, ਬੱਚੇ ਦਾ ਮਨ ਨਹੀਂ ਹੈ ਜੀ, ਛੱਡੋ ਕੀ ਕਰਨਾ ਆਪਾਂ ਇਹ ਕਹਿੰਦੇ ਨਾ। ਛੱਡੋ, ਕਹਿੰਦੇ ਰੁਚੀ ਪੈਦਾ ਕਰ। ਤੇਰਾ ਕੰਮ ਹੈ ਨਾ ਘਰ ਦੇ ਵਿੱਚ। ਆਪਾਂ ਜਿਸ ਪਾਸੇ ਦੇਖੋ ਪ੍ਰੇਰਨਾ ਕਰਾਂਗੇ ਨਾ, ਉਸ ਪਾਸੇ ਬੱਚਿਆਂ ਨੂੰ ਲੱਗਣਾ ਹੈ। ਅਸੀਂ ਆਪਣੇ ਵੱਲੋਂ ਯਤਨ ਕਰੀਏ, ਆਪਣੇ ਵੱਲੋਂ ਉਦਮ ਉਪਰਾਲੇ ਕਰੀਏ, ਪਰ ਅਸੀਂ ਇਸ ਕਰਕੇ ਛੱਡ ਦਿੰਦੇ ਹਾਂ। ਵਾਹਿਗੁਰੂ ਜਦੋਂ ਕਿਰਪਾ ਕਰੂ ਨਾ, ਉਸ ਵੇਲੇ ਆਪੇ ਹੀ ਲਿਵ ਲੱਗ ਜਾਊ। ਪਰ ਕਈ ਵਾਰੀ ਯਤਨ ਕਰਨਾ ਜੀਵਨ ਦੇ ਵਿੱਚ। ਹੋਰ ਗੱਲਾਂ ਤੋਂ ਨਹੀਂ ਕਹਿੰਦੇ ਸੀ। ਸਾਡਾ ਬੱਚਾ ਸਕੂਲ ਜਾਂਦਾ ਹੋਵੇ ਨਾ, ਤੇ ਅਸੀਂ ਕਦੀ ਨਹੀਂ ਕਹਿੰਦੇ ਵਾਹਿਗੁਰੂ ਕਿਰਪਾ ਕਰੂ ਆਪੇ ਹੀ ਚਲਾ ਜਾਓ। ਬੰਦਾ ਯਤਨ ਕਰਦਾ ਹੈ। ਸਵੇਰੇ ਮਾਂ ਉੱਠਦੀ ਹੈ, ਰੋਟੀ ਤਿਆਰ ਕਰਦੀ ਹੈ, ਜਿੱਥੇ ਕਿ ਬੱਸ ਨੇ ਆਉਣਾ ਹੁੰਦਾ ਸਟੈਂਡ ਤੱਕ ਛੱਡ ਕੇ ਆਉਂਦੀ ਹੈ, ਲੇਟ ਕਦੀ ਨਹੀਂ ਹੁੰਦੀ। ਉਹ ਵੀ ਕਹਿ ਕਰੇ ਨਾ ਵੀ ਰੱਬ ਕਿਰਪਾ ਕਰੂ ਆਪੇ ਚਲੇ ਜਾਓ, ਮੈਨੂੰ ਲੋੜ ਕੀ ਉੱਠਣ ਦੀ। ਕਿਸੇ ਮਾਂ ਨੇ ਤੱਕ ਕੀ ਇਹ ਗੱਲ? ਉੱਥੇ ਰੁਚੀ ਹੈ। ਕਿਸੇ ਕਰਿਆਨੇ ਵਾਲੇ ਨੂੰ ਕਹੋ ਵੀ ਭਾਈ ਤੂੰ ਦੁਕਾਨ ਸਵੇਰੇ ਨਾ ਖੋਲ, ਤੂੰ ਵੀ ਕਹਿ ਵੀ ਰੱਬ ਕਿਰਪਾ ਕਰੂ ਆਪੇ ਸ਼ਟਰ ਖੋਲ ਦੋ ਤੇ ਆਪੇ ਸਾਰੇ ਸਮਾਨ ਵਿਕ ਜਾਣਗੇ ਤੇ ਆਪੇ ਤੇਰੇ ਘਰ ਪੈਸਾ ਆ ਜਾਏਗਾ। ਪਰ ਕਦੀ ਕਰਿਆਨੇ ਵਾਲੇ ਨੇ ਨਹੀਂ ਕਿਹਾ। ਉਹ ਕਹਿੰਦਾ ਜੇ ਮੈਂ ਲੇਟ ਪਹੁੰਚਿਆ ਗ੍ਰਾਹਕਾਂ ਨੇ ਮੁੜ ਜਾਣਾ, ਅਗਲੇ ਦਿਨ ਦੂਜੀ ਦੁਕਾਨ ਤੇ ਲੈਣਾ ਸ਼ੁਰੂ ਕਰ ਦੇਣਾ। ਉਸ ਸਮੇਂ ਤੋਂ ਪਹਿਲਾਂ ਖੋਲ ਕੇ ਬਹਿ ਜਾਂਦਾ। ਇੱਕ ਗੱਲ ਸੱਤ ਹੈ। ਤੀਜੀ ਗੱਲ ਕਿਰਸਾਨ ਹੈ। ਕਿਰਸਾਨ ਨੇ ਕਦੀ ਨਹੀਂ ਕਿਹਾ ਕਿ ਪਰਮਾਤਮਾ ਆਪ ਆ ਕੇ ਵਾਈ ਕਰ ਜਾਓ, ਪਰਮਾਤਮਾ ਆਪ ਕਿਰਪਾ ਕਰੂ ਕਿ ਦਾਣਾ ਪਾ ਦਿਓ ਵਿੱਚ, ਤੇ ਆਪ ਜਦੋਂ ਫਸਲ ਪੱਕ ਜਾਊ ਤੇ ਆਪੇ ਮੰਡੀ ਵਿੱਚ ਸਿੱਟ ਕੇ ਪੈਸੇ ਮੇਰੇ ਘਰ ਵਿੱਚ ਜਿਹੜਾ ਉਹ ਲੈ ਕੇ ਆ ਜਾਊ। ਕਿਰਸਾਨ ਨੂੰ ਪਤਾ ਹੈ ਆਪੇ ਸਾਰਾ ਕੁਝ ਕਰਨਾ ਪੈਣਾ, ਆਪੇ ਹੀ ਸਭ ਕੁਝ ਕਰਨਾ ਪੈਣਾ। ਇਹ ਸਾਰਾ ਕੰਮ ਮੈਨੂੰ ਆਪ ਹੀ ਉਦਮ ਕਰਨਾ ਪੈਣਾ। ਉਹ ਕਦੀ ਨਹੀਂ ਕਹਿੰਦਾ ਕਿ ਪਰਮਾਤਮਾ ਤੂੰ ਆਪੇ ਆ ਕੇ ਵਾਈ ਕਰ ਦੇ, ਆਪੇ ਹੀ ਵਿੱਚ ਬੀਜ ਪਾ ਦੇ, ਆਪੇ ਤੂੰ ਗੁਡਾਈ ਕਰ ਲੈ, ਆਪੇ ਤੂੰ ਇਸਨੂੰ ਪਾਣੀ ਦੇ ਦੇ, ਆਪੇ ਫਸਲ ਵੱਢ ਲੈ। ਕਦੀ ਕਹਿੰਦਾ ਕਿਸਾਨ ਵੀ ਕਿਸੇ ਨੇ ਕਿਸਾਨ ਨੇ ਕਿਹਾ ਵੀ ਰੱਬ ਆਪੇ ਆ ਕੇ ਵੱਢ ਲਵੇ, ਆਪੇ ਮੇਰੇ ਘਰ 'ਚ ਪੈਸੇ ਦੇ ਕੇ ਜਾਏ? ਕਦੀ ਨਹੀਂ ਕਿਹਾ ਨਾ। ਪਰ ਜਦੋਂ ਅਸੀਂ ਸਤਸੰਗ ਦੀ ਗੱਲ ਕਰਦੇ ਹਾਂ, ਨਾਮ ਜਪਲ ਦੀ ਗੱਲ ਕਰਦੇ ਹਾਂ, ਬੱਚਿਆਂ ਦੀ ਇਸ ਪਾਸੇ ਰੁਚੀ ਲੱਗੇ, ਉਸ ਵੇਲੇ ਅਸੀਂ ਕਹਿੰਦੇ ਆਪੇ ਹੀ ਲਾ ਦਊ। ਉਦਮ ਤੇ ਕਰਨਾ ਨਹੀਂ ਕੋਈ ਵੀ। ਉਸ ਵਾਸਤੇ ਅਸੀਂ ਸਾਰੇ ਉਦਮ ਕਰਦੇ ਹਾਂ, ਉਦਮਸ਼ੀਲ ਹਾਂ। ਪਰ ਮਾਫ ਕਰਨਾ ਕਿ ਅਸੀਂ ਇਸ ਵਾਲੇ ਪਾਸੇ ਉਦਮਸ਼ੀਲ ਨਹੀਂ ਹਾਂ, ਉਦਮ ਨਹੀਂ ਕਰ ਰਹੇ। ਕਬੀਰ ਸਾਹਿਬ ਕਹਿੰਦੇ ਨੇ, ਪਰ ਜੋ ਕਹਿੰਦੇ ਮੈਂ ਉਸ ਪਾਸੇ ਆਪਣੇ ਮਨ ਨੂੰ ਜੋੜ ਲਿਆ, ਸ਼ਬਦ ਦੇ ਵੱਲ ਮੇਰੀ ਰੁਚੀ ਹੁਣ ਪੈ ਗਈ ਹੈ। ਸ਼ਬਦ ਮੈਨੂੰ ਬੜਾ ਪਿਆਰਾ ਲੱਗਦਾ ਹੈ। ਤੁਸੀਂ ਪੁੱਛੋ ਕਿ ਸ਼ਬਦ ਵਿੱਚ ਰੁਚੀ ਕਿਵੇਂ ਬਣੇ, ਸ਼ਬਦ ਵਿੱਚ ਲਿਵ ਕਿਵੇਂ ਜੁੜੇ? ਜਿਤਨੇ ਸ਼ਬਦ ਵੱਧ ਪੜੋਗੇ ਨਾ, ਉਹ ਜਿਹੜਾ ਸ਼ਬਦ ਤੁਸੀਂ ਵੱਧ ਪੜ੍ਹਦੇ ਉਸ ਦੇ ਵਿੱਚ ਤੁਹਾਡਾ ਮਨ ਲੱਗਦਾ ਹੈ। ਲੱਗਦਾ ਕਿ ਨਹੀਂ? ਗੱਲ ਸਪਸ਼ਟ ਹੋ ਗਈ। ਸਹਿਜ ਪਾਠ ਸ਼ੁਰੂ ਕਰ ਲਓ, ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਬਿਨਾਂ ਕੀਤਿਆਂ ਨਹੀਂ ਹੋਣਾ ਕੁਝ ਵੀ। ਇਹ ਤੁਸੀਂ ਕਹਿੰਦੇ ਸਾਡਾ ਤਾਂ ਮਨ ਹੀ ਨਹੀਂ ਲੱਗਦਾ ਸ਼ਬਦ ਦੇ ਵਿੱਚ। ਜਿਹੜਾ ਸ਼ਬਦ ਪੜ੍ਹਦੇ ਹੋ, ਰੋਜ਼ ਪੜ੍ਹਿਆ ਜਾਂਦਾ, ਉਹ ਤੁਹਾਨੂੰ ਚੰਗਾ ਲੱਗਦਾ ਹੈ। ਕਿਤੇ ਘਰ 'ਚ ਕੋਈ ਖੁਸ਼ੀ ਦਾ ਕਾਰਜ ਹੋਵੇ, ਖੁਸ਼ੀਆਂ ਪਾਤਸ਼ਾਹੀਆਂ ਪੜ੍ਹਿਆ ਹੀ ਜਾਂਦਾ ਹੈ, ਸਾਰਿਆਂ ਨੂੰ ਚੰਗਾ ਲੱਗਦਾ ਹੈ। ਕਿਉਂਕਿ ਪੜ੍ਹ ਕੇ ਇਹ ਚੰਗਾ ਲੱਗਣ ਲੱਗ ਪਿਆ, ਭਾਵੇਂ ਇਸਦੇ ਅਰਥ ਕੁਝ ਹੋਰ ਨੇ। ਉਸ ਸੰਬੰਧ ਵਿੱਚ ਹੈ ਨਹੀਂ ਹੈ ਸ਼ਬਦ, ਉੱਥੇ ਖੁਸ਼ੀਆਂ ਦੇ ਸੰਬੰਧ ਵਿੱਚ ਨਹੀਂ ਹੈ। ਪਰ ਰੁਚੀ ਪੈਦਾ ਹੋ ਗਈ ਸਾਡੀ। ਕਈ ਸ਼ਬਦ ਐਸੇ ਨੇ ਗੁਰਬਾਣੀ ਦੇ ਜਿਨ੍ਹਾਂ ਦੇ ਅਰਥ ਕੁਝ ਹੋਰ ਨੇ, ਪਰ ਅਸੀਂ ਦੇਖਦੇ ਹਾਂ ਉਹ ਅਕਸਰ ਪੜ੍ਹੇ ਜਾਂਦੇ ਨੇ ਤੇ ਸਾਨੂੰ ਉਹੀ ਚੰਗੇ ਲੱਗਦੇ ਨੇ। ਅਸੀਂ ਉਹੀ 4-5 ਸ਼ਬਦ ਚੁਣੇ ਨੇ। ਪੂਤਾ ਮਾਤਾ ਕੀ ਆਸੀਸ ਪੜ੍ਹਦੇ ਹੋ ਜੀ, ਖੁਸ਼ੀਆਂ ਪਾਤਸ਼ਾਹੀਆਂ ਪੜ੍ਹਦੇ ਹੋ, ਜੋ ਮੰਗੇ ਠਾਕੁਰ ਆਪਣੇ ਤੇ ਜਿਸਕੇ ਸਿਰ ਉੱਪਰ, तो स्वामी ਘੰਟੇ ਦਾ ਕੀਰਤਨ ਪੂਰਾ ਹੋ ਗਿਆ। ਨਵਾਂ ਕੁਛ ਸੁਣਿਆ? ਕੁਛ ਵੀ ਨਹੀਂ। ਜਿਸ ਦੇ ਘਰ ਜਾਓ ਉਹੀ 4 ਸ਼ਬਦ, ਜਿਸ ਦੇ ਘਰ ਜਾਓ ਉਹੀ 4 ਸ਼ਬਦ। ਪਹਿਲਾਂ ਹੀ ਘਰਦਾ ਨੇ ਕਿਹਾ ਹੁੰਦਾ ਵੀ 4 ਸ਼ਬਦ ਰਾਗੀ ਸਿੰਘਾਂ ਨੂੰ ਇਹ ਪੜ੍ਹ ਦੇਣਾ ਜੀ।
ਮੇਰੇ ਨਾਲ ਇੱਕ ਬੜੇ ਚੰਗੇ ਰਾਗੀ ਸਨ ਲਖਨਊ ਦੇ ਵਿੱਚ, ਤੇ ਉਹਨਾਂ ਨੇ ਸ਼ਬਦਾਂ ਦੀ ਲਿਸਟ ਬਣਾਈ ਹੁੰਦੀ ਸੀ। ਜਿੱਥੇ ਵੀ ਕੀਰਤਨ ਕਰਨਾ ਨਾ, ਸੰਗਤ ਦੀ ਮਰਜ਼ੀ ਨਾਲ ਨਹੀਂ ਸੀ ਕਰਦੇ। ਉਹ ਕਹਿੰਦੇ ਮੈਂ ਘੰਟਾ ਤਿਆਰੀ ਕਰਕੇ ਆਇਆ, ਨਵੇਂ ਸ਼ਬਦ ਯਾਦ ਕੀਤੇ, ਮੈਂ ਨਵੇਂ ਸ਼ਬਦ ਸੁਣਾਣੇ, ਤੁਹਾਨੂੰ ਲੱਖ ਖੁਸ਼ੀਆਂ ਨਹੀਂ ਸੁਣਾਉਣਾ। ਮੈਂ ਘੰਟਾ ਮਿਹਨਤ ਕੀਤੀ ਹੈ, ਮੈਂ ਲਿਸਟ ਬਣਾਈ ਹੈ ਸ਼ਬਦਾਂ ਦੀ, ਮੈਂ ਨਵੇਂ ਸ਼ਬਦ ਸੁਣਾਣੇ। ਉਹਨਾਂ ਨੇ ਸਾਲ ਤੋਂ ਪਹਿਲਾਂ ਕੋਈ ਸ਼ਬਦ ਸੁਣਾਣਾ ਹੀ ਨਹੀਂ। ਲੋਕ ਪਿੱਟ ਕੇ ਮਰ ਜਾਂਦੇ ਸਨ ਵੀ ਗੁਰਬਾਣੀ ਬਾਕੀ ਕੌਣ ਸੁਣੇਗਾ। ਇਹ ਸਿੱਖੋ, ਤੁਸੀਂ ਬਾਣੀ ਨਹੀਂ ਸੁਣਨੀ ਭਾਈ, ਫਿਰ ਕਿੰਨੇ ਸੁਣਨੀ ਬਾਣੀ। ਤੁਸੀਂ ਤਾਂ ਕਹਿੰਦੇ ਵੀ 2 ਹੀ ਸ਼ਬਦ ਬਹੁਤ ਨੇ ਸਾਨੂੰ, ਤੇ ਕੋਈ ਵਾਰ-ਵਾਰ ਸੁਣਾਈ ਜਾਓ। ਸਾਰੀ ਬਾਣੀ ਜਿਹੜੀ ਗੁਰੂ ਦੀ ਹੈ, ਸਾਰੀ ਬਾਣੀ ਦਾ ਸਿਧਾਂਤ ਇੱਕੋ ਹੀ ਹੈ। ਫਿਰ ਅਸੀਂ ਇੱਕ ਪਾਸੇ ਕਿਉਂ ਤੁਰੇ ਹੋਏ ਹਾਂ? ਕਿਉਂਕਿ ਸਿਰਫ ਇੱਥੇ ਤੱਕ ਰੁਚੀ, ਕਿਉਂਕਿ ਰੋਜ਼ ਸੁਣਦੇ ਹਾਂ, ਪੜ੍ਹਦੇ ਹਾਂ। ਅਸੀਂ ਵੱਧ ਬਾਣੀ ਪੜ੍ਹਨੀ ਹੈ। ਕਬੀਰ ਸਾਹਿਬ ਜੀ ਕਹਿੰਦੇ ਜੇ ਸ਼ਬਦ ਵੱਲ ਉਹਨਾਂ ਦੀ ਰੁਚੀ ਲੱਗੀ ਨਾ, ਇਸ ਕਰਕੇ ਕਿਉਂਕਿ ਉਹਨਾਂ ਨੇ ਸ਼ਬਦਾਂ ਨੂੰ ਸਮਝਿਆ, ਉਸ ਪਰਮਾਤਮਾ ਦੀ ਸਿਫਤ ਨੂੰ ਸਮਝਿਆ, ਤੇ ਕਹਿਣ ਲੱਗੇ ਮੇਰੀ ਹੁਣ ਸ਼ਬਦ ਨਾਲ ਸਾਂਝ ਬਣ ਗਈ ਹੈ। ਫਿਰ ਕਹਿਣ ਲੱਗੇ ਅਚਰਜ ਏਕ ਸੁਣੋ ਰੇ ਪੰਡਿਆ। ਹੁਣ ਜਿੱਥੇ ਭਗਤ ਕਬੀਰ ਸਾਹਿਬ ਰਹਿੰਦੇ ਨੇ, ਆਲੇ ਦੁਆਲੇ ਸਾਰੇ ਪੰਡਤ ਰਹਿੰਦੇ ਨੇ, ਬਨਾਰਸ ਦੇ ਵਸਨੀਕ ਨੇ, ਪੰਡਤਾਂ ਦੇ ਨਾਲ ਰੋਜ਼ ਵਾਹ ਪੈਂਦਾ। ਔਰ ਇੱਕ ਗੱਲ ਹੋਰ ਹੈ ਕਿ ਕਬੀਰ ਸਾਹਿਬ ਜੀ ਨੂੰ ਨਾਮ ਜਪਣ ਦਾ ਕੋਈ ਜਿਹੜਾ ਸਿਧਾਂਤਿਕ ਪੱਖ ਵੀ ਨਹੀਂ ਹੈ, ਕਿਉਂਕਿ ਉਹ ਨਾਮ ਨਹੀਂ ਜਪ ਸਕਦੇ, ਉਹ ਸੂਤਰਾਂ ਵਿੱਚੋਂ ਆਉਂਦੇ ਆ। ਬੜੇ ਧਿਆਨ ਨਾਲ ਗੱਲ ਨੂੰ ਸੁਣਨਾ। ਕਬੀਰ ਸਾਹਿਬ ਨੂੰ ਨਾ ਸ਼ਾਸਤਰ ਪੜ੍ਹਨ ਦਾ ਅਧਿਕਾਰ ਹੈ, ਨਾ ਸੁਣਨ ਦਾ ਅਧਿਕਾਰ ਹੈ, ਨਾ ਨਾਮ ਜਪਣ ਦਾ ਅਧਿਕਾਰ ਹੈ। ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ। ਪਰ ਉਹ ਪੰਡਤ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਪੰਡਤ ਜੀ ਜਿਹੜਾ ਕੰਮ ਤੁਹਾਡਾ ਹੈ, ਜਿਹੜਾ ਕੰਮ ਤੁਹਾਡਾ ਹੈ, ਸ਼ਾਸਤਰ ਪੜ੍ਹਨਾ, ਸਿਫਤ ਸਲਾਹ ਕਰਨੀ, ਨਾਮ ਜਪਣਾ, ਲੋਕਾਂ ਦੇ ਘਰ ਘਰ ਜਾ ਕੇ ਨਾ ਸਿਫਤ ਕਰਨੀ। ਪਰ ਪੰਡਤ ਜੀ ਇੱਕ ਮੇਰੇ ਨਾਲ ਨਾ ਅਚਰਜ ਕੋਤਕ ਤੇ ਖੇਡ ਵਰਤ ਗਈ। ਕੰਮ ਭਾਵੇਂ ਤੁਹਾਡਾ ਹੈ, ਸਿਫਤ ਲਿਵ ਤੁਹਾਡੀ ਲੱਗਣੀ ਚਾਹੀਦੀ, ਲਿਵ ਮੇਰੀ ਲੱਗੇ। ਦੇਖੋ ਕਿੰਨੇ ਕਮਾਲ ਦੀ ਗੱਲ ਕਰ ਰਹੇ ਨੇ। ਕਹਿਣ ਲੱਗੇ ਅਚਰਜ ਏਕ ਸੁਣੋ ਰੇ ਪੰਡਿਆ। हे ਪੰਡਤ ਜੀ, ਉਸ ਅਚਰਜ ਪ੍ਰਭੂ ਦਾ ਇੱਕ ਕੋਤਕ ਸੁਣੋ। ਅਚਰਜ ਦਾ ਅਰਥ ਹੈ ਹੈਰਾਨੀ ਵਾਲੀ ਗੱਲ। ਅਚਰਜ ਕੋਤਕ ਕੀ ਹੈ? ਇੱਕ ਹੈਰਾਨੀ ਵਾਲੀ ਗੱਲ ਸੁਣੋ। ਕੀ ਹੈ? ਕਹਿੰਦੇ ਨੇ ਅਬ ਕਿਛ ਕਹਿਣ ਨਾ ਜਾਈ। ਤੇ ਨਾਲ ਕਹਿਣ ਲੱਗੇ ਅਚਰਜ ਦੀ ਗੱਲ ਸੁਣੋ ਪੰਡਤ ਜੀ, ਪਰ ਜੋ ਮੇਰੇ ਨਾਲ ਵਰਤਿਆ ਨਾ, ਜੋ ਮੇਰੇ ਨਾਲ ਵਰਤਿਆ, ਆਪਣੇ ਵਾਲੇ ਸਾਰਾ ਕਾਰਨ ਕਬੀਰ ਸਾਹਿਬ ਕਹਿੰਦੇ ਜੋ ਮੇਰੇ ਨਾਲ ਵਰਤਿਆ ਨਾ, ਕਹਿੰਦੇ ਉਹ ਕੀ ਹੈ? ਕਹਿੰਦੇ ਅਬ ਕਿਛ ਕਹਿਣ ਨਾ ਜਾਈ। ਕਿਉਂਕਿ ਇਸ ਵੇਲੇ ਜਿਉਂਦਾ ਤੋਂ ਕਿਹਾ ਨਹੀਂ ਜਾ ਸਕਦਾ ਜੋ ਮੇਰੇ ਨਾਲ ਵਰਤਿਆ। ਕਈ ਵਾਰੀ ਜਦੋਂ ਤੁਹਾਨੂੰ ਵੀ ਆਨੰਦ ਆਉਂਦਾ ਹੈ ਨਾ, ਤੇ ਤੁਹਾਨੂੰ ਕੋਈ ਪੁੱਛੇ ਭਾਈ ਕਿੱਦਾਂ ਲੱਗਿਆ, ਤੇ ਕਈ ਵਾਰ ਤੁਸੀਂ ਕਹਿੰਦੇ ਵੀ ਜਿਵੇਂ ਆਨੰਦ ਆਇਆ ਉੱਦਾਂ ਦਾ ਤਾਂ ਮੈਂ ਨਹੀਂ ਕਹਿ ਸਕਦਾ। ਜਿਉਂ ਦਾ ਤਿਉਂ, ਜਿਵੇਂ ਦਾ ਆਨੰਦ ਆਇਆ ਨਹੀਂ ਕਿਹਾ ਜਾ ਸਕਦਾ। ਕਿਉਂਕਿ ਗੁਰਬਾਣੀ ਆਖਦੀ ਹੈ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨੇਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਤੇ ਕਹਿਣ ਨਾ ਜਾਈ, ਜੋ ਗੂੰਗੇ ਕੀ ਮਿਠਿਆਈ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਕਹਿੰਦੇ ਕਬੀਰ ਸਾਹਿਬ ਕਹਿੰਦੇ ਇੱਦਾਂ ਦਾ ਆਨੰਦ ਪੈਦਾ ਹੋਇਆ ਜਿਉਂਦਾ ਤੋਂ ਤਾਂ ਨਹੀਂ ਕਹਿ ਸਕਦਾ। ਜਿਵੇਂ ਗੂੰਗਾ ਮਿਠਾਈ ਖਾ ਲੈ ਨਾ, ਪੁੱਛੋ ਬਈ ਕਿੱਦਾਂ ਦਾ ਸਵਾਦ ਹੈ, ਉਹ ਦੱਸ ਥੋੜ੍ਹੀ ਸਕੇਗਾ। ਵੀ ਅੱਜ ਇੱਕ ਅਚਰਜ ਕੋਤਕ ਪੰਡਤ ਜੀ ਮੇਰੇ ਨਾਲ ਵਰਤ ਗਈ ਕਿ ਮੇਰਾ ਮਨ ਨਾ ਉਸ ਦੇ ਸ਼ਬਦ ਨਾਲ ਜੁੜ ਗਿਆ। ਮੇਰਾ ਹਿਰਦਾ ਨਾ ਵਾਹਿਗੁਰੂ ਦੇ ਸ਼ਬਦ ਨਾਲ। ਜ਼ਿੰਦਗੀ ਵਿੱਚ ਤੁਹਾਡੇ ਵਾਰੀ ਕਈ ਵਾਰੀ ਹੋਇਆ ਹੋਣਾ ਕਿ ਕਿਸੇ ਦੇ ਨਾਲ ਬੜਾ ਮਨ ਜੁੜਿਆ ਹੋਣਾ, ਉਸ ਦਿਨਾਂ ਦਾ ਸਵਾਦ ਤੁਹਾਨੂੰ ਕੋਈ ਪੁੱਛੇ ਵੀ ਜਿੰਨਾ ਮਨ ਜੁੜਿਆ ਸੀ ਸਭ ਤੋਂ ਵੱਧ ਪੂਰੀ ਜ਼ਿੰਦਗੀ ਉਸ ਦਿਨਾਂ ਦਾ ਸਵਾਦ ਦੱਸ ਦਿਓ। ਤੁਸੀਂ ਕਹਿੰਦੇ ਵੀ ਜੋ ਆਨੰਦ ਆਇਆ ਸੀ ਉਹ ਜਿਉਂ ਦਾ ਤਿਉਂ ਤਾਂ ਨਹੀਂ ਦੱਸ ਸਕਦੇ ਸੀ। ਜਿੱਦਾਂ ਦਾ ਆਇਆ ਸੀ ਨਾ ਰਸ, ਉਹ ਤੇ ਨਹੀਂ ਦੱਸ ਸਕਦੇ। ਕਬੀਰ ਸਾਹਿਬ ਵੀ ਕਹਿੰਦੇ ਨੇ ਪੰਡਤ ਜੀ ਇਹ ਹੈਰਾਨੀ ਦੀ ਗੱਲ, ਕਹਿੰਦੇ ਕਿ ਕੋਤਕ ਵਰਤ ਗਿਆ ਮੇਰੀ ਜ਼ਿੰਦਗੀ ਵਿੱਚ, ਜੋ ਮੇਰੇ ਨਾਲ ਵਰਤਿਆ ਜਿਉਂਦਾ ਤਿਉਂ ਤੇ ਮੈਂ ਨਹੀਂ ਦੱਸ ਸਕਦਾ। ਪਰ ਇੱਕ ਗੱਲ ਜ਼ਰੂਰ ਹੈ, ਕਹਿੰਦੇ ਨੇ ਅੱਜ ਕਿਰਪਾ ਹੋ ਗਈ, ਜਿਹੜੀ ਕਿਰਪਾ ਕਹਿੰਦੇ ਵੱਡੇ ਵੱਡੇ ਦੇਵਤਿਆਂ ਦੇ ਉੱਤੇ ਨਹੀਂ। ਕਹਿਣ ਲੱਗੇ ਸੁਰ ਨਰ ਗਣ ਗੰਧਰਵ ਜਿਨ ਮੋਹੇ, ਤਿਰਭਵਨ ਮੇਖ ਲੀਲਾਈ।
ਆਖਣ ਲੱਗੇ ਕਬੀਰ ਸਾਹਿਬ, ਕਹਿੰਦੇ ਉਸ ਪ੍ਰਭੂ ਨੇ ਸਾਰੇ ਜਗਤ ਨੂੰ ਮਾਇਆ ਦੀ ਤੜਾਗੀ, ਮੇਖਲੀ ਦਾ ਅਰਥ ਹੁੰਦਾ ਤੜਾਗੀ। ਤੁਸੀਂ ਦਿੱਲੀ ਵਾਲੇ ਤਾਂ ਨਹੀਂ ਸਮਝੋਗੇ ਖੈਰ ਤੜਾਗੀ ਕੀ ਹੁੰਦੀ ਹੈ। ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਨਾ ਜਿਸ ਦੇ ਵਿੱਚ ਤੂੜੀ ਦੀ ਪੰਡ ਬੰਨੀ ਦੀ ਹੈ ਨਾ ਉਹਨੂੰ ਤੜਾਗੀ ਕਹਿੰਦੇ ਆ। ਜਿਹਦੇ ਤੂੜੀ ਬੰਨੀ ਦੀ ਹੈ, ਘਾਹ ਬੰਨੀ ਦਾ, ਉਹਨੂੰ ਤੜਾਗੀ ਕਹਿੰਦੇ। ਕਿਉਂਕਿ ਪੰਡ ਬੰਨਣ ਵਾਲਾ ਜਿਹੜਾ ਕੱਪੜਾ ਹੁੰਦਾ ਹੈ ਉਹ ਜਿਹਦੀ ਰੱਸੀਆਂ ਬੰਨੀਆਂ ਹੁੰਦੀਆਂ ਨੇ ਉਹਨੂੰ ਤੜਾਗੀ ਕਿਹਾ ਜਾਂਦਾ। ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਉਸ ਪਰਮਾਤਮਾ ਨੇ ਸਾਰੇ ਜਗਤ ਨੂੰ ਮਾਇਆ ਦੀ ਤੜਾਗੀ ਪਾ ਕੇ, ਜਿਵੇਂ ਪੰਡ ਬੰਨ ਲਈ ਦੀ ਨਾ, ਤੇ ਮਾਇਆ ਦੀ ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਤੇ ਗੰਧਰਵ, ਦੇਵਤਿਆਂ ਦੇ ਰਾਗੀ ਤੇ ਦੈਤਾਂ ਦੇ ਰਾਗੀ, ਜਿਹੜੇ ਕਿ ਦੇਵਤਿਆਂ ਲਈ ਗਾਉਂਦੇ ਨੇ, ਜਿਹੜੇ ਦੈਤਾਂ ਵਾਸਤੇ ਗਾਉਂਦੇ ਨੇ। ਕਹਿੰਦੇ ਨੇ ਕੀ ਹੋਇਆ? ਕਹਿੰਦੇ ਇਹਨਾਂ ਨੂੰ ਮੋਹ ਲਿਆ ਹੋਇਆ ਹੈ। ਕਿਉਂਕਿ ਪਰਮਾਤਮਾ ਨੇ ਸਾਰੇ ਜਗਤ ਨੂੰ ਮਾਇਆ ਦੀ ਤੜਾਗੀ ਪਾ ਕੇ ਵੱਡੇ ਵੱਡੇ ਦੇਵਤੇ, ਮਨੁੱਖ, ਗਣ, ਗੰਧਰਵ, ਇਹਨਾਂ ਸਾਰਿਆਂ ਨੂੰ ਮੋਹ ਲਿਆ ਹੋਇਆ ਹੈ, ਪਰ ਮੈਂ ਉਸ ਮੋਹ ਤੋਂ ਬਚ ਗਿਆ। ਇਹ ਅਚਰਜ ਕੋਤਕ ਹੈ। ਕਬੀਰ ਸਾਹਿਬ ਨੇ ਤਾਂ ਬੜਾ ਸਪਸ਼ਟ ਕਿਹਾ, ਕਹਿੰਦੇ ਨਾਕੋ ਕਾਟੀ, ਕਾਨੋ ਕਾਟੀ, ਕਾਟ ਕੂਟ ਕੇ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਕਹਿੰਦੇ ਮੈਂ ਤਾਂ ਨੱਕ ਕੰਨ ਮਾਇਆ ਦੇ ਸੁੱਟ ਦਿੱਤੇ ਕੱਟ ਕੇ। ਇਹਦਾ ਅਰਥ ਕੀ ਹੈ? ਮਾਇਆ ਦੇ ਨੱਕ ਕੰਨ ਹੈਗੇ ਕਿਤੇ? ਇਹਦਾ ਅਰਥ ਲੋਕ ਲਾਜ ਛੱਡਦੇ ਨਹੀਂ। ਅਸੀਂ ਪੂਰੀ ਜ਼ਿੰਦਗੀ ਲੋਕ ਲਾਜ ਦੇ ਵਿੱਚ ਹੀ ਲੰਘਾ ਦਿੰਦੇ ਹਾਂ। ਲੋਕ ਕੀ ਕਹਿਣਗੇ? ਅਸੀਂ ਗੁਰਦੁਆਰੇ ਆਉਂਦੇ, ਲੋਕਾਂ ਨੇ ਪਤਾ ਨਹੀਂ ਕੀ ਕਹਿਣਾ। ਅਸੀਂ ਪਾਠ ਕਰਨੇ, ਲੋਕ ਕੀ ਕਹਿਣਗੇ। ਅਸੀਂ ਸਤਸੰਗੀ ਕੱਪੜੇ ਪਾਏ ਨੇ, ਲੋਕ ਕੀ ਕਹਿਣਗੇ। ਅਸੀਂ ਤਾਂ ਇਹਨਾਂ ਗੱਲਾਂ 'ਚ ਹੀ ਮਰੇ। ਕਈ ਥਾਂ ਮੈਂ ਵੇਖਦਾ ਹਾਂ ਕਿ ਜਿਹੜੇ ਲੋਕ ਸਤਸੰਗਤ ਵਿੱਚ ਆਉਂਦੇ ਨੇ ਉਹ ਖਾਸ ਡਰੈਸ ਪਾ ਕੇ ਆਉਂਦੇ ਨੇ। ਮੈਂ ਪੁੱਛਿਆ ਵੀ ਕਿਉਂ? ਕਹਿਣ ਲੱਗੇ ਜੇ ਦਫ਼ਤਰ ਜਾਈਦਾ ਉੱਥੇ ਕੋਟ ਪੈਂਟ ਪਾ ਕੇ ਜਾਂਦੇ ਆ, ਜੇ ਗੁਰਦੁਆਰੇ ਆਈਏ ਤਾਂ ਇੱਥੇ ਸਹੀ ਡਰੈਸ ਪਾ ਕੇ ਨਾ ਆਈਏ। ਕਈ ਤਾਂ ਆਉਣਗੇ, ਤੁਸੀਂ ਵੇਖੋ ਨਾ, ਛੋਟੀ ਜਿਹੀ ਕੈਪਰੀ ਪਾ ਕੇ। ਉਹ ਤੁਹਾਡੀ ਉਮਰ ਤਾਂ ਵੇਖੋ ਭਾਈ, ਵੀ ਜਦੋਂ ਤੁਸੀਂ ਗੁਰਦੁਆਰੇ ਆਏ ਹੋ, ਇੱਥੇ ਭੈਣਾਂ ਬੈਠੀਆਂ ਨੇ, ਮਾਵਾਂ ਬੈਠੀਆਂ ਨੇ, ਤੁਸੀਂ ਕੀ ਦਫ਼ਤਰ ਬੋਸ ਦੇ ਸਾਹਮਣੇ ਵੀ ਇੱਦਾਂ ਪਹੁੰਚੋਗੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਉਂਦੇ? ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਿਆ ਹੋਇਆ? ਪਰ ਅਸੀਂ ਕੋਈ ਅੱਜ ਕੱਲ੍ਹ ਕਰ ਹੀ ਨਹੀਂ ਰਹੇ ਇਹਨਾਂ ਚੀਜ਼ਾਂ ਦੇ, ਕੋਈ ਪਰਵਾਹ ਹੀ ਨਹੀਂ ਸਾਨੂੰ। ਗੁਰੂ ਗ੍ਰੰਥ ਸਾਹਿਬ ਦਾ ਕਿੱਡਾ ਕੁ ਮਾਣ ਸਤਿਕਾਰ ਕਰਨਾ ਚਾਹੀਦਾ ਸਾਨੂੰ, ਅਸੀਂ ਨਹੀਂ ਦੇਖਦੇ ਇਹਨਾਂ ਚੀਜ਼ਾਂ। ਦਫ਼ਤਰ ਦੇ ਵਿੱਚ ਜਾਵਾਂਗੇ ਅਸੀਂ ਟਾਈ ਟੋਈ ਲਾ ਕੇ ਤਿਆਰ ਹੋ ਕੇ, ਪਰ ਜਦੋਂ ਗੁਰਦੁਆਰੇ ਆਉਣਾ ਨਾ, ਫਿਰ ਚਲੋ ਬਾਜ਼ਾਰ ਆਏ ਸਾਂ ਮੱਥਾ ਹੀ ਟੇਕ ਚੱਲਦੇ ਆ। ਵੀ ਕੱਪੜੇ ਤਾਂ ਦੇਖ ਲਓ ਭਾਈ, ਬਾਜ਼ਾਰ ਵੀ ਆਓ ਤੇ ਕੱਪੜੇ ਤਾਂ ਥੋੜ੍ਹਾ ਗੁਰੂ ਘਰ ਮੱਥਾ ਟੇਕਣ ਜੋਗੇ ਤੇ ਪਾ ਕੇ ਜਾਓ। ਨਾਈਟ ਸੂਟ ਵਾਲਾ ਤਾਂ ਅਸੀਂ ਪਾ ਕੇ ਦਫ਼ਤਰ ਨਹੀਂ ਨਾ ਜਾਂਦੇ। ਜਿਹੜਾ ਨਾਈਟ ਸੂਟ ਪਾਇਆ ਹੁੰਦਾ ਜਾਂ ਕੋਈ ਜਾਂਦਾ ਜੀ, ਕੋਈ ਬੰਦਾ ਨਹੀਂ ਨਾਈਟ ਸੂਟ ਪਾ ਕੇ ਕੋਈ ਦਫ਼ਤਰ ਜਾਂਦਾ ਨਹੀਂ, ਪਰ ਅਸੀਂ ਗੁਰਦੁਆਰੇ ਆ ਜਾਂਦੇ ਹਾਂ। ਗੁਰਦੁਆਰੇ ਨੂੰ ਕੀ ਸਮਝਿਆ ਸੀ? ਕਿ ਲਿਵ ਲੱਗੇਗੀ, ਕਿ ਮਨ ਟਿਕੇਗਾ? ਇੱਕ ਹੋਰ ਬੇਨਤੀ ਕਰਾਂ ਤੁਹਾਨੂੰ, ਵੀ ਜਦੋਂ ਤੁਸੀਂ ਕਿਤੇ ਘਰ ਵਿੱਚ ਵੀ ਬੈਠੋ ਨਾ, ਤੇ ਇੱਕ ਥਾਂ ਬਣਾ ਲਓ। ਸਿਆਣੇ ਕਹਿੰਦੇ ਨੇ ਇੱਕ ਥਾਂ ਬਣਾਓ, ਰੋਜ਼ ਜਿੱਥੇ ਬੈਠ ਕੇ ਉੱਥੇ ਪਾਠ ਕਰੋ। ਭਾਵੇਂ ਤੁਸੀਂ ਸਹਿਜ ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ, ਇੱਕ ਥਾਂ 'ਤੇ ਬੈਠ ਕੇ ਕਰੋ। ਪਤਾ ਕੀ ਹੋਵੇਗਾ? 2 ਦਿਨ 4 ਦਿਨ ਲੰਘਣਗੇ, ਉਸ ਤੋਂ ਬਾਅਦ ਉਸ ਥਾਂ 'ਤੇ ਜਦੋਂ ਜਾਓਗੇ ਨਾ, ਆਪੇ ਤੁਹਾਡਾ ਮਨ ਜੁੜ ਜਾਏਗਾ। ਉਸ ਥਾਂ ਦੀ ਐਸੀ ਵਾਈਬ੍ਰੇਸ਼ਨ ਹੋਵੇਗੀ ਕਿ ਉੱਥੇ ਜਾਂਦੇ ਹੀ ਸਾਰ, ਜਿਵੇਂ ਤੁਸੀਂ ਦਰਬਾਰ ਸਾਹਿਬ ਜਾਂਦੇ, ਉੱਥੇ ਮਨ ਜੋੜਨਾ ਨਹੀਂ ਪੈਂਦਾ, ਆਪੇ ਹੀ ਜੁੜ ਜਾਂਦਾ ਹੈ। ਇੱਕ ਵਾਰ ਉਚਾਰਨ ਕਰੋ, ਸਤਨਾਮ। ਆਪੇ ਹੀ ਜੁੜ ਜਾਂਦਾ, ਆਪੇ ਹੀ ਗੱਲ ਬਣ ਜਾਂਦੀ ਹੈ। ਇਸ ਕਰਕੇ ਜਦੋਂ ਗੁਰਦੁਆਰੇ ਆਈਏ ਨਾ, ਕੱਪੜੇ ਐਸੇ ਪਾਈਏ ਜਿਹਨੂੰ ਬਾਪੂ ਰੋਕਦਾ। ਬਾਪੂ ਨੇ ਕਿਹਾ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿਤ ਪੈਦਾ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਵਿਕਾਰੀ ਕੱਪੜੇ ਪਾ ਕੇ ਗੁਰਦੁਆਰੇ ਆਵਾਂਗੇ, ਮਨ ਟਿਕੋ ਨਾ, ਸਾਡਾ ਟਿਕਣਾ ਨਾ ਕਿਹਦਾ ਟਿਕਣ ਦੇਣਾ। ਸਪਸ਼ਟ ਜਿਹੀ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਲਕੁਲ। ਪਰ ਆਪਾਂ ਨਾ ਇਹਨਾਂ ਨੂੰ ਵਿਚਾਰ ਰਹੇ, ਨਾ ਪ੍ਰਚਾਰ ਰਹੇ, ਨਾ ਇਹਨਾਂ ਵੱਲ ਆਪਾਂ ਧਿਆਨ ਦੇ ਰਹੇ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ। ਕਬੀਰ ਸਾਹਿਬ ਕਹਿੰਦੇ ਵੀ ਹੁਣ ਗੱਲ ਬਣ ਗਈ, ਇਹਨਾਂ ਸਾਰੇ ਜਗਤ ਨੂੰ ਪਰਮਾਤਮਾ ਨੇ ਮਾਇਆ ਦੀ ਤੜਾਗੀ ਪਾ ਕੇ ਨਾ ਮੋਹਿਆ ਹੋਇਆ ਹੈ। ਦੇਵਤੇ ਵੀ ਮੋਹ ਲਏ, ਗਣ ਗੰਧਰਵ ਵੀ ਮੋਹ ਲਏ, ਮਨੁੱਖ ਵੀ ਮੋਏ ਨੇ, ਤੇ ਪਰ ਮੈਂ ਬਚ ਗਿਆ। ਹੈਰਾਨੀ ਦੀ ਗੱਲ ਹੈ ਨਾ, ਵੀ ਜੇ ਸਾਰਿਆਂ ਨੂੰ ਮਾਇਆ ਮੋਹ ਰਹੀ ਹੈ, ਕਬੀਰ ਸਾਹਿਬ ਤੁਹਾਨੂੰ ਕਿਵੇਂ ਛੱਡ ਦਿੱਤਾ?
सोचण की गल है ना, जिहड़ा सवाल खड़ा किया बड़े कमाल का। अगले वचन कीते, पाटी गगन सिंगियां अर चुंगियां, कनक कलश एक पाया। कबीर साहब कहते पाटी गगन, पाटी का अर्थ होंदा भट्ठी, गगन का अर्थ होंदा आकाश। कहते आकाश पाओ दसम द्वार दे विच, कहते हुण मेरे अंदर ना एक सुरत जुड़ी हुई है। भट्ठी असल दे विच शराब जिहड़े कढ़दे ने ना, वो भट्ठी लाउंदे ने। ते एक तरीका है शराब नूं कढ़ण दा। इस तरह महाराज कहने अपने जीवन विच शुभ गुणां नूं इकट्ठा कर। उदाहरण दिती है वो समझाई दुआनी गल, रूहानियत का जीवन। गल सतगुर ने की संसारी, क्योंकि जो कोई बंदा कोई काम करता होवे ना, और उदां दी गल दे के उदाहरण दे के समझाण ते वो गल छेती पकड़ आ जाती है। ਜਿਹੜੇ शराब पीते हो ना लोग, उन्हां विच शराब की गल करके ना भी शराब किवें कड़ी दी है, किवें शराब दे विचों अरक निकलदा है, किवें उहदे विचों वेस्टेज निकलदा है, तो उन्होंने गल समझ विच आ जाती है। इस करके बापू नानक ने उदासियां दे दौरान जिथे किते गए जिद्दां दे बंदे मिले उन्हां दी भाषा विच गल कीती। जे कोई किसान मिल गया तो किसानी की गल लै लई, जे कोई शराब पीण वाला मिल गया शराब वाले की गल कर लई। मैं कहना जो बापू नानक च साडे खूबी है ना, वो साडे अज दे प्रचारकां च नहीं है। बापू नानक जिथे भी गए लोकां दा हाव भाव वेख्या, लोकां दा तौर तरीका वेख्या, उस तौर तरीके नूं वेख के बाबे नानक ने फिर गल कीती। लोकां दे गल दिमाग च बह गई भी वाकई गल ये साडी चल रही है। जे सज्जन ठग कोल ते सज्जन ठग वालियां सारियां गल्लां, कलयुगी पांडे कोल तां वो सारियां गल्लां, जे किते शिवनाभ कोल जांदे ने तो उहदियां गल्लां। जिथे भी गए बाबे नानक ने उस तरह दीयां गल्लां कीतियां। देखो ना शिवनाभ दे कोल जाना बाबे नानक दा, अज श्रीलंका पैंदा, उस वेले सिंगलादीप नाम है इसदा, जदों बाबा नानक जी गए ने। प्यार वालिओ सच जानना, उस वेले सतगुरु जी दा उत्थे जाना, राजे ने गुरु नानक पातशाह की परख की भी परख के किदां दा जीवन है बाबे नानक दा। तां बाग दे विच रोकण वास्ते यतन कीते, ठहराण वास्ते गुरु साहब जी नूं। गुरु साहब जी बाग च ठहर गए। ठहरन तो बाद उसने रानियां गोलियां भेज दित्तियां भड़कीले कपड़े पा के। जदों बाबा नानक दे सामने वो गईयां ना, ते बाबे नानक ने कमाल की गल की, कहन लगे गाछो पुत्री राजकुमार, मेरियां पुत्रियो मेरी धियो चलियां जाओ जाओ। ये जीवन इस काम वास्ते नहीं मिलया, एक जीवन जिहड़ा मिलया ना ये तो चंगे कामां वास्ते मिलया। ये मनुखा जीवन बार बार नहीं मिलता। गाछो पुत्री राजकुमार, नाम जपो सच दोण पतार, जाके नाम जपो। वो गईयां कहन लगियां जिहदे कोल भेजिया सी ते बड़ा सख्त है, कहते वो सच्ची बाबा नानक। एक बार उच्चारण करो सतनाम। हुण तक जिहड़े साधु संत कहते रहे ना असीं नानक हाँ असीं नानक, सारे गलत सी, पर ऐतकी गुरु नानक आ गया थे। राजे नूं एहसास होया, राजा शिवनाभ दौड़िया होया जांदा है। इतिहासकार लिखते हैं थाल दे विच सोने दीयां मोहरां लईआं, कुछ समान लिया बाबे नानक नूं अर्पण करन वास्ते, जाके कहंदे सोने की थाली भेटा कर दित्ती, मोहरां आदि ते नाल माफ़ी मंगदा, सच्चे पातशाह मैं तुहाडी परख कीती। महाराज कहंदे तू चंगा कीता, क्योंकि चंगे अते मंदे की पहचान करन वास्ते परख की लोड़ पैंदी है। तू कीती परख, तू चंगा कीता। होर कई इत्थे आए नानक बन के, पर परख दे विच पूरे ना उतरे। पर जदों बाबा नानक प्रगट होया तो परख दे विच बाबा नानक पूरा उतरिया। इस करके अज तैनूं पता चलिया भी बाबा नानक जी अज साडे नगर च आ गए ने। कबीर साहब कहने अज गल बन गई। कहते ने मेरे 10वें द्वार दे विच ना जिमें भट्ठी लगती है ना शराब की, इस तरह जो गल चल रही है उहदे विच हो की रहा सिंगियां अर चुंगियां। असल में जिहड़ा शराब कड्ढण दी भट्ठी हुंदी है ना उहदे विच दो नालां हुंदियां। इहदे विच एक दे विच अरक चुंदा है ते दूजे विच शराब कड्ढण लई बरती दा जिहड़ा पानी है ना वो निकलदा है। एक दे विच अरक, एक दे विच पानी, वेस्टेज पानी। तो कह लगे कबीर साहब जी कहने मेरे जीवन विच दो विचारां प्रगट हो गई। एक ये
ਕਿ ਜੋ ਚੰਗੇ ਗੁਣ ਸਨ ਉਹ ਮੈਂ ਸਾਂਭ ਲਏ, ਤੇ ਜਿਹੜੀ ਮਾੜੀਆਂ ਗੱਲਾਂ ਸਨ, ਔਗੁਣ ਸਨ, ਉਹ ਆਪਣੇ ਜੀਵਨ 'ਚੋਂ ਮੈਂ ਪਾਸੇ ਕਰ ਦਿੱਤੇ। ਔਗੁਣ ਪਾਸੇ ਕਰ ਦਿੱਤੇ ਤੇ ਚੰਗਿਆਈ ਸਾਂਭ ਲਈ। ਤੁਸੀਂ ਵੇਖੋ ਕਿ ਜਦੋਂ ਸ਼ਰਾਬ ਦੀ ਭੱਠੀ ਲੱਗਦੀ ਹੈ, ਉੱਥੇ ਅਰਗ ਇਕੱਠਾ ਕਰ ਲੈਂਦੇ ਨੇ, ਵੇਸਟੇਜ ਪਾਣੀ ਵਗਾ ਦਿੰਦੇ ਨੇ, ਉਹ ਕਿਸੇ ਕੰਮ ਦਾ ਨਹੀਂ। ਉਦਾਹਰਨ ਦਿੱਤੀ ਉਸ ਤਰ੍ਹਾਂ ਦੀ, ਪਰ ਸਮਝਾਉਣਾ ਕੀ ਚਾਹੁੰਦੇ ਨੇ ਕਬੀਰ ਸਾਹਿਬ? ਕਹਿੰਦੇ ਮੇਰੇ ਹਿਰਦੇ ਵਿੱਚ ਜਿਹੜੇ ਔਗੁਣ ਨੇ ਉਹਨਾਂ ਨੂੰ ਮੈਂ ਜੀਵਨ 'ਚੋਂ ਕੱਢ ਦਿੱਤਾ ਹੈ ਤੇ ਗੁਣਾਂ ਨੂੰ ਗ੍ਰਹਿਣ ਕਰ ਲਿਆ। ਤੇ ਨਾਲ ਕਰਨ ਲੱਗੇ ਕਨਕ ਕਲਸ ਇੱਕ ਪਾਇਆ। ਕਨਕ ਕਹਿੰਦੇ ਨੇ ਸੋਨੇ ਨੂੰ, ਕਹਿੰਦੇ ਸੋਨੇ ਦੇ ਮੱਟ ਵਿੱਚ ਪਾਓ ਕਿ ਸੁੱਧ ਹਿਰਦੇ ਦੇ ਵਿੱਚ ਕਹਿੰਦੇ ਮੈਂ ਇੱਕ ਪਰਮਾਤਮਾ ਦੇ ਨਾਮ ਨੂੰ ਪਾ ਲਿਆ। ਦੇਖੋ ਜਦੋਂ ਤੱਕ ਇਹ ਹਿਰਦਾ ਸੁੱਧ ਨਹੀਂ ਨਾ ਹੋਏਗਾ, ਨਾਮ ਨੇ ਟਿਕਣਾ ਕੋਈ ਨਹੀਂ, ਸੁਰਤ ਨੇ ਟਿਕਣਾ ਕੋਈ ਨਹੀਂ। ਜਿਸ ਦਿਨ ਹਿਰਦਾ ਹੋ ਗਿਆ ਨਿਰਮਲ, ਉਸ ਦਿਨ ਮਨ ਨੇ ਟਿਕ ਜਾਣਾ। ਇਸ ਕਰਕੇ ਕਹਿੰਦੇ ਹੁਣ ਮੇਰਾ ਮਨ ਟਿਕ ਗਿਆ। ਤਿਸ ਮੈਂ ਧਾਰ ਚੂਐ ਅਤ ਨਿਰਮਲ, ਕਹਿੰਦੇ ਉਸ ਦੇ ਵਿੱਚ ਹੁਣ ਲਗਾਤਾਰ ਅੰਮ੍ਰਿਤ ਦੀ ਧਾਰ ਚੋ ਚੋ ਪੈਂਦੀ ਹੈ, ਡਿਗ ਡਿਗ ਪੈਂਦੀ ਹੈ ਸੁੱਧ ਹਿਰਦੇ ਦੇ ਵਿੱਚ। ਤੇ ਰਸ ਮੈਂ ਰਸਨ ਚੁਆਇਆ, ਕਹਿੰਦੇ ਸਭ ਰਸਾਂ ਤੋਂ ਸਵਾਦਲਾ ਰਸ ਨਾਮ ਅੰਮ੍ਰਿਤ ਮੇਰੇ ਹਿਰਦੇ ਦੇ ਅੰਦਰ ਹੁਣ ਚੋਣ ਲੱਗ ਪਿਆ। ਕਿੰਨਾ ਚੰਗਾ ਹੋਵੇ ਸਾਡੇ ਜੀਵਨ 'ਚ ਨਾਮ ਅੰਮ੍ਰਿਤ ਜਿਹੜਾ ਉਹ ਚੋਣ ਲੱਗ ਪਵੇ, ਸਾਡੇ ਹਿਰਦੇ ਵਿੱਚ ਨਾਮ ਜਿਹੜਾ ਹਿਰਦੇ 'ਚ ਟਿਕ ਜਾਏ। ਚਾਹੁੰਦੇ ਨੇ ਵਿਕਾਰ, ਡਿੱਗਦੇ ਨੇ ਵਿਕਾਰ। ਮੰਦੇ ਕਰਮਾਂ ਵੱਲੋਂ ਆਪਣੇ ਆਪ ਨੂੰ ਸੰਗਣਾ, ਸੰਗੀਆਂ ਅਤੇ ਚੁੰਗੀਆਂ ਅਤੇ ਚੰਗੇ ਕਰਮਾਂ ਨੂੰ ਗ੍ਰਹਿਣ ਕਰਨਾ, ਇਹ ਰਸ ਸਾਡੇ ਅੰਦਰ ਚੋਣਾ ਚਾਹੀਦਾ। ਫਿਰ ਕਹਿਣਗੇ ਏਕ ਜੋ ਬਾਤ ਅਨੂਪ ਬਣੀ ਹੈ, ਕਹਿੰਦੇ ਇੱਕ ਗੱਲ ਬੜੀ ਹੈਰਾਨੀ ਦੀ ਬਣੀ ਹੋਈ ਹੈ, ਪਵਨ ਪਿਆਲਾ ਸਾਜਿਆ। ਆਖਣ ਲੱਗੇ ਅਚਰਜ ਅਨੋਖੀ ਗੱਲ ਹੈ, ਕਹਿੰਦੇ ਹਵਾ ਪ੍ਰਾਣ ਰੂਪੀ ਜਿਹੜੇ ਸਵਾਸ ਨੇ, ਸਾਜਿਆ ਦਾ ਅਰਥ ਹੈ ਮੈਂ ਬਣਾਇਆ ਆਪਣੇ ਜੀਵਨ ਸਵਾਸ ਸਵਾਸ ਨਾਮ ਜਪਦਾ ਹੈ। ਕਿਉਂਕਿ ਹੁਣ ਰਸਨਾ ਤੋਂ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ ਦੀ ਗੱਲ ਕਰ ਰਹੇ ਨੇ ਕਬੀਰ ਸਾਹਿਬ। ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ ਦੀ ਗੱਲ ਕਰ ਰਹੇ ਨੇ। ਕਹਿੰਦੇ ਹੁਣ ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਧਿਆ। ਪਵਨ ਦਾ ਅਰਥ ਸਵਾਸ, ਇੱਕ ਇੱਕ ਸਵਾਸ ਮੈਂ ਹੁਣ ਸਾਜਿਆ, ਸਫਲਾ ਕਰ ਲਿਆ। ਚੰਗਾ ਨਾ ਹੋਵੇ ਵੀ ਜਿਹੜੇ ਸਵਾਸ ਮਿਲੇ ਨੇ ਉਹਨੂੰ ਸਫਲਾ ਕਰ ਲਈਏ ਜੀਵਨ ਨੂੰ, ਨਹੀਂ ਤਾਂ ਇਹ ਸਵਾਸ ਤਾਂ ਪਿਆਰਿਓ ਇਹਨੂੰ ਜੇ ਨਹੀਂ ਵੀ ਸਫਲਾ ਕਰਾਂਗੇ, ਸਵਾਸ ਤਾਂ ਲੰਘ ਜਾਣੇ, ਪੂਰੇ ਹੋ ਜਾਣੇ ਨੇ। ਇੱਕ ਦਿਨ ਉਹ ਦਿਨ ਆ ਜਾਣਾ ਜਿਸ ਨਾਲ ਸਵਾਸ ਸਾਡੇ ਕੋਲ ਨਹੀਂ ਹੋਣਗੇ, ਪਰ ਉਸ ਦਿਨ ਇੱਕ ਗੱਲ ਹੋਏਗੀ, ਰੱਬਾ ਕਿਤੇ ਹੋਰ ਸਵਾਸ ਦੇ ਦੇਵੇ ਨਾ ਤੇ ਮੈਂ ਹੁਣ ਚੰਗੇ ਕੰਮ ਕਰਾਂਗਾ। ਇਹੀ ਹੁੰਦੀ ਨਾ ਅਰਦਾਸ ਬੰਦੇ ਦੀ, ਵੀ ਹੁਣ ਤੱਕ ਤੇ ਨਹੀਂ ਕੀਤਾ ਪਰ ਹੁਣ ਕੋਈ ਸਵਾਸ ਮੈਨੂੰ ਦੇ ਦੇ, ਮੈਂ ਚੰਗੇ ਕੰਮ ਕਰਾਂ। ਤੇ ਸਤਿਗੁਰ ਕਹਿਣ ਲੱਗੇ ਦੇਖ, ਕਹਿੰਦੇ ਹੁਣ ਕਿਰਪਾ ਹੋ ਗਈ, ਕਹਿੰਦੇ ਮੈਂ ਸਵਾਸ ਸਵਾਸ ਨਾਮ ਜਪਣਾ ਸ਼ੁਰੂ ਕਰ ਦਿੱਤਾ। ਤੇ ਤੀਨ ਭਵਨ ਮੈਂ ਏਕੋ ਜੋਗੀ, ਤਿੰਨੇ ਭਵਨਾਂ ਵਿੱਚ ਜਿਹੜਾ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਉਸ ਜਗਤ ਦੇ ਵਿੱਚ, ਕਹਿੰਦੇ ਨੇ ਕਹੋ ਕਵਨ ਹੈ ਰਾਜਾ। ਕਹਿੰਦੇ ਕਬੀਰ ਸਾਹਿਬ ਕਹਿੰਦੇ ਪੰਡਤ ਜੀ ਦੱਸੋ ਉਹਦੀ ਬਰਾਬਰੀ ਦਾ ਕੋਈ ਹੈਗਾ? ਪਰਮਾਤਮਾ ਦੇ ਬਰਾਬਰ ਦਾ ਹੈ ਕੋਈ? ਮੈਨੂੰ ਦੱਸੋ ਵੀ ਉਸਦੇ ਵਰਗਾ ਰਾਜਾ ਕੋਈ ਹੈ ਤੇ ਦੱਸੋ, ਦੇ ਮੁਕਾਬਲੇ ਦਾ ਤਾਂ ਕੋਈ ਨਹੀਂ ਨਾ ਤਿੰਨੇ ਭਵਨਾਂ ਵਿੱਚ, ਸਾਰੇ ਸੰਸਾਰ ਦੇ ਵਿੱਚ। ਕਹਿੰਦੇ ਉਸ ਦੇ ਨਾਲ ਮੇਰਾ ਮਨ ਜੁੜ ਗਿਆ। ਫਿਰ ਅਗਲੇ ਵਚਨ ਕੀਤੇ, ਕਹਿਣ ਲੱਗੇ, ਕਹਿੰਦੇ ਨੇ ਐਸੇ ਗਿਆਨ ਪ੍ਰਗਟਿਆ ਪੁਰਖੋਤਮ। ਕਹਿੰਦੇ ਉਸ ਪਰਮ ਅਕਾਲ ਪੁਰਖ ਵਾਹਿਗੁਰੂ ਦਾ, ਪੁਰਖੋਤਮ ਅਰਥ ਹੈ ਪ੍ਰਭੂ ਦਾ ਗਿਆਨ, ਰੱਬ ਦੀ ਪਹਿਚਾਣ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਗਈ। ਕਹੋ ਕਬੀਰ ਰੰਗ ਰਾਤਾ, ਹੇ ਕਬੀਰ ਆਖ ਪ੍ਰਭੂ ਦੇ ਪ੍ਰੇਮ ਦੇ ਵਿੱਚ ਮੇਰਾ ਮਨ ਰੰਗਿਆ ਗਿਆ। ਇੱਕ ਵਾਰੀ ਉਚਾਰਨ ਕਰੋ ਸਤਨਾਮ, ਮਨ ਰੰਗਿਆ ਗਿਆ। ਤੇ ਲਾਸਟ ਪੰਕਤੀ 'ਚ ਕਹਿ ਰਹੇ ਨੇ ਔਰ ਦੁਨੀ ਸਭ ਭਰਮ ਭੁਲਾਣੀ, ਮਨ ਰਾਮ ਰਸਾਇਣ ਮਾਤਾ। ਹੋਰ ਸਾਰਾ ਸੰਸਾਰ ਭਰਮਾਂ ਵਿੱਚ ਭੁੱਲਿਆ ਹੋਇਆ ਹੈ, ਲੋਕ ਭੁਲੇਖਿਆਂ ਵਿੱਚ ਨੇ, ਪਰ ਮੇਰਾ ਮਨ ਰਸਾਂ ਦੇ ਘਰ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਮਸਤ ਰਹਿੰਦਾ ਹੈ, ਵਾਹਿਗੁਰੂ ਦੇ ਵਿੱਚ ਮਸਤ ਰਹਿੰਦਾ ਹੈ। ਕਹਿੰਦੇ ਇਹ ਅਚਰਜ ਖੇਡ ਬਣੀ ਹੈ ਪੰਡਤ ਜੀ ਮੇਰੇ ਅੰਦਰ, ਵੀ ਮੇਰਾ ਮਨ ਤਾਂ ਹੁਣ ਵਾਹਿਗੁਰੂ ਦੇ ਨਾਮ 'ਚ ਜੁੜਿਆ ਰਹਿੰਦਾ, ਬੜਾ ਆਨੰਦ ਬਣਿਆ। ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ? ਹੁਣ ਪੰਡਤ ਜੀ ਕੀ ਸੁਣਾਉਣ?
ਜਿਹਦਾ ਹਿਰਦਾ ਹੀ ਨਹੀਂ ਟਿਕਿਆ ਕਦੀ ਨਾਮ ਦੇ ਵਿੱਚ। ਆਓ ਪੰਡਤ ਹੈ, ਗਿਆਨਵਾਨ ਬੰਦਿਆਂ ਨੂੰ ਕਹਿ ਰਹੇ ਨੇ ਕਬੀਰ ਸਾਹਿਬ, ਹੇ ਗਿਆਨਵਾਨ ਇਨਸਾਨੋ ਤੁਹਾਡਾ ਕੀ ਹਾਲ ਚਾਲ ਹੈ? ਮੈਂ ਤਾਂ ਅਗਿਆਨੀ ਬੰਦਾ ਹਾਂ, ਮੈਂ ਤਾਂ ਬੇਸਮਝ ਬੰਦਾ ਹਾਂ, ਪਰ ਮੇਰੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਗਈ ਹੈ। ਤੇ ਤਿੰਨਾਂ ਭਵਨਾਂ ਦੇ ਵਿੱਚ ਜੋ ਜਗਰੀ ਜੋਤ ਹੈ ਨਾ, ਉਸ ਜੋਤ ਦੇ ਨਾਲ ਮੇਰਾ ਸੰਬੰਧ ਬਣ ਗਿਆ। ਅਰਦਾਸ ਕਰਕੇ ਜਾਓ ਸਾਰੇ ਆਪਣੇ ਵਾਸਤੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਿਓ, ਇਹ ਸਾਡਾ ਵੀ ਮਨ ਤੇਰੇ ਸ਼ਬਦ ਵਿੱਚ ਜੁੜ ਜਾਏ, ਸਾਡੇ ਅੰਦਰ ਵੀ ਨਾਮ ਦੀ ਖਿੱਚ ਪੈਦਾ ਹੋ ਜਾਏ। ਇਹ ਕਿਰਪਾ ਕਰ ਹੈ ਅਕਾਲ ਪੁਰਖ ਵਾਹਿਗੁਰੂ। ਜਦੋਂ ਤੁਸੀਂ ਅਰਦਾਸ ਕਰੋਗੇ ਤੇ ਮੈਂ ਸਮਝਣਾ ਸਤਿਗੁਰ ਕਹਿੰਦੇ ਬਾਣੀ 'ਚ, ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਨ ਬਣ ਕੇ ਅਰਦਾਸ ਕਰਾਂਗੇ ਨਾ, ਫਿਰ ਕਦੀ ਵਿਅਰਥ ਨਹੀਂ ਜਾਣੀ। ਇਤਨੇ ਵਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਮਹਾਰਾਜ ਸ਼ਬਦਾਂ ਦੇ ਹਿਰਦੇ 'ਚ ਇਹ ਸ਼ਬਦ ਦਾ ਪ੍ਰਕਾਸ਼ ਕਰ ਦੇਣ, ਤਾਂ ਕਿ ਰੂਹਾਨੀਅਤ ਦਾ ਪ੍ਰਕਾਸ਼ ਹੋਵੇਗਾ ਤੇ ਸਾਡੇ ਅੰਦਰ ਸ਼ੁਭ ਗੁਣ ਆਣਗੇ, ਉਹ ਗੁਣ ਆਪਣੇ ਆਪ ਜੀਵਨ ਵਿੱਚੋਂ ਪਾਸੇ ਹੋ ਜਾਣਗੇ। ਇਹ ਕਹਿਣਾ ਚਾਹੁੰਦੇ ਨੇ ਕਬੀਰ ਸਾਹਿਬ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਮੇਰੀਆਂ ਭੁੱਲਾਂ ਮੇਰੇ ਝੋਲੀ 'ਚ ਪਾ ਜਾਣਾ ਜੀ। ਗੁਰੂ ਕੇ ਵਚਨ ਹਿਰਦੇ 'ਚ ਵਸਾਣਾ, ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।